ਸਤਨਾਮ ਵਾਹਿਗੁਰੂ ਜੀ। ਗੁਰਮੁਖ ਪੈਰ ਸਕਾਰਥੇ, ਗੁਰਮੁਖ ਮਾਰਗ ਚਾਲ ਚਲੰਦੇ। ਗੁਰੂ ਦੁਆਰੇ ਜਾਨ ਚੱਲ, ਸਾਧ ਸੰਗਤ ਚਲ ਜਾਏ ਬਹੰਦੇ। ਧਾਵਨ ਪਰ ਉਪਕਾਰਨੋ, ਗੁਰ ਸਿੱਖਾਂ ਨੂੰ ਖੋਜ ਲਹੰਦੇ। ਦੁਬਦਾ ਪੰਥ ਨ ਧਾਵਨੀ, ਮਾਇਆ ਵਿੱਚ ਉਦਾਸ ਰਹੰਦੇ। ਬੰਦ ਖਲਾਸੀ ਬੰਦਗੀ, ਵਿਰਲੇ ਕੇਈ ਹੁਕਮੀ ਬੰਦੇ। ਗੁਰ ਸਿੱਖਾਂ ਪਰਦਖਣਾ, ਪੈਰੀਂ ਪੈ ਰਹਿ ਰਾਸ ਕਰੰਦੇ। ਗੁਰ ਚੇਲੇ ਪਰਚੈ ਪਰਚੰਦੇ, ਗੁਰ ਚੇਲੇ ਪਰਚੈ ਪਰਚੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਭਾਈ ਗੁਰਦਾਸ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। 6ਵੀਂ ਵਾਰ ਦੀ 13ਵੀਂ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੋਈ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਕੱਲ੍ਹ 12ਵੀਂ ਪੌੜੀ ਦੇ ਵਿੱਚ ਗੁਰਮੁਖਾਂ ਦੇ ਹੱਥਾਂ ਦੀ ਗੱਲ ਕੀਤੀ ਸੀ। ਗੁਰਮੁਖ ਹੱਥ ਸਕੱਥ ਹਨ, ਸਾਧ ਸੰਗਤ ਗੁਰ ਕਾਰ ਕਮਾਵੇ। ਗੁਰਮੁਖਾਂ ਦੇ ਹੱਥ ਸਫਲੇ ਹੈ, ਕਿਉਂਕਿ ਸਾਧ ਸੰਗਤ ਦੀ ਅਤੇ ਗੁਰੂ ਦੀ ਸੇਵਾ ਕਰਦੇ ਹੈ। ਸੋ ਅੱਜ ਦੀ ਪੌੜੀ ਅੰਦਰ ਗੁਰਮੁਖਾਂ ਦੇ ਪੈਰ ਧਰਮ ਦੇ ਮਾਰਗ 'ਤੇ ਚੱਲਦੇ ਹੈ, ਇਸ ਲਈ ਉਹ ਪੈਰ ਸਫਲੇ ਨੇ। ਜਿਹੜੇ ਸਤਸੰਗਤ ਦੇ ਵਿੱਚ ਚੱਲ ਆਉਂਦੇ ਹੈ, ਉੱਥੇ ਫਿਰ ਗੁਰਮੁਖ ਬੈਠਦੇ ਹੈ। ਦੁਬਦਾ ਦੇ ਮਾਰਗ 'ਤੇ ਨਹੀਂ ਦੌੜਦੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਮੁਖਾਂ ਦੇ ਪੈਰ ਸਫਲੇ ਨੇ। ਸੋ ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਭਾਈ ਗੁਰਦਾਸ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਅੱਗੇ ਸਰਵਣ ਕਰੀਏ। ਵਾਹਿਗੁਰੂ ਜੀ। ਗੁਰਮੁਖ ਪੈਰ ਸਕਾਰਥੇ, ਗੁਰਮੁਖ ਮਾਰਗ ਚਾਲ ਚਲੰਦੇ। ਜਿਹੜੇ ਗੁਰਮੁਖ ਹਨ, ਉਹਨਾਂ ਗੁਰਮੁਖਾਂ ਦੇ ਪੈਰ ਸਫਲੇ ਹਨ। ਕਿਉਂ ਸਫਲੇ ਨੇ? ਗੁਰਮੁਖ ਮਾਰਗ ਚਾਲ ਚਲੰਦੇ। ਕਿਉਂਕਿ ਗੁਰੂ ਸਾਹਿਬ ਦਾ ਜਿਹੜਾ ਗੁਰਮੁਖੀ ਮਾਰਗ ਚਲਾਇਆ ਹੋਇਆ ਹੈ, ਉਸ ਮਾਰਗ ਦੇ ਉੱਤੇ, ਉਸ ਰਸਤੇ ਦੇ ਉੱਤੇ ਦ੍ਰਿੜਤਾ ਦੇ ਨਾਲ ਚੱਲਦੇ ਹੈ ਅਤੇ ਹੋਰਾਂ ਨੂੰ ਵੀ ਚਲਾਉਂਦੇ ਹੈ। ਗੁਰੂ ਸਾਹਿਬ ਦੇ ਦਰਸਾਏ ਹੋਏ ਰਸਤੇ 'ਤੇ ਚੱਲਦੇ ਹੈ, ਇਸ ਲਈ ਗੁਰਮੁਖ ਜਨ ਜਿਹੜੇ ਨੇ ਉਹਨਾਂ ਦੇ ਪੈਰ ਸਫਲੇ ਹਨ। ਗੁਰੂ ਦੁਆਰੇ ਜਾਨ ਚੱਲ, ਸਾਧ ਸੰਗਤ ਚਲ ਜਾਏ ਬਹੰਦੇ। ਗੁਰਮੁਖਾਂ ਦੇ ਪੈਰ ਸਫਲੇ ਕਿਉਂ ਕਹੇ ਹੈ? ਕਿਉਂਕਿ ਉਹ ਇਹਨਾਂ ਪੈਰਾਂ ਦੇ ਨਾਲ ਗੁਰੂ ਦੇ ਦਰ 'ਤੇ ਚੱਲ ਕੇ ਜਾਂਦੇ ਹੈ ਅਤੇ ਉੱਥੇ ਚੱਲ ਕੇ ਜਾ ਕੇ ਸਾਧ ਸੰਗਤ ਵਿੱਚ ਜੁੜ ਕੇ ਬਹਿੰਦੇ ਹੈ। ਗੁਰਮੁਖ ਜਿਹੜੇ ਨੇ ਉਹ ਗੁਰੂ ਦੀ ਹਜ਼ੂਰੀ ਦੇ ਵਿੱਚ ਸਾਰੇ ਮਿਲ ਕੇ ਬੈਠਦੇ ਹੈ।
ਗੁਰਬਾਣੀ ਪੜ੍ਹਦੇ ਐ, ਸੁਣਦੇ ਐ, ਹਰੀ ਜਸ ਕਰਦੇ ਐ। ਦੂਜੇ ਪਾਸੇ ਉਹ ਵੀ ਮਨਮੁਖ ਲੋਕ ਨੇ ਜਿਹੜੇ ਆਪਣੇ ਪੈਰਾਂ ਦੇ ਨਾਲ ਚੱਲ ਕੇ ਖੋਟੀ ਸੰਗਤ ਵਿੱਚ ਜਾਂਦੇ ਐ, ਜਾ ਕੇ ਜੂਆ ਖੇਡਦੇ ਐ, ਕੁਸੰਗਤ ਦੇ ਵਿੱਚ ਜਾਂਦੇ ਐ। ਪਰ ਜਿਹੜੇ ਗੁਰਮੁਖ ਨੇ ਉਹਨਾਂ ਦੇ ਪੈਰ ਸਫਲੇ ਨੇ, ਸਾਧ ਸੰਗਤ ਵਿੱਚ ਗੁਰੂ ਦੇ ਦਰ 'ਤੇ ਚੱਲ ਕੇ ਜਾਂਦੇ ਐ ਅਤੇ ਉੱਥੇ ਸਾਰੇ ਹੀ ਬਾਣੀ ਸੁਣਨ ਲਈ, ਸ਼ਬਦ ਸੁਣਨ ਲਈ ਬੈਠਦੇ ਐ। ਧਾਵਨ ਪਰ ਉਪਕਾਰਨੋ ਗੁਰ ਸਿੱਖਾਂ ਨੂੰ ਖੋਜ ਲਹੰਦੇ। ਫਿਰ ਇਹ ਗੁਰਮੁਖਾਂ ਦੇ ਪੈਰ ਜਦ ਦੌੜਦੇ ਐ ਤਾਂ ਕਾਸ ਵਾਸਤੇ ਦੌੜਦੇ ਐ। ਧਾਵਨ ਪਰ ਉਪਕਾਰ ਨੂੰ, ਪਰ ਉਪਕਾਰ ਦੇ ਕੰਮਾਂ ਨੂੰ ਕਰਨ ਲਈ ਇਹ ਗੁਰਮੁਖਾਂ ਦੇ ਪੈਰ ਦੌੜਦੇ ਐ। ਭਾਵੇਂ ਕਿੰਨਾ ਵੀ ਪੈਂਡਾ ਕਿਉਂ ਨਾ ਹੋਵੇ, ਦੌੜ ਕੇ ਚੱਲ ਕੇ ਜਾਂਦੇ ਐ ਅਤੇ ਗੁਰਸਿੱਖਾਂ ਨੂੰ ਖੋਜ ਲਹੰਦੇ। ਜਿਹੜੇ ਗੁਰਸਿੱਖ ਹਨ ਉਹਨਾਂ ਗੁਰਸਿੱਖਾਂ ਨੂੰ ਖੋਜ ਕੇ ਲੱਭ ਲੈਂਦੇ ਐ, ਉਹਨਾਂ ਦੀ ਸੰਗਤ ਕਰਦੇ ਐ। ਮਨੁੱਖ ਇਹਨਾਂ ਪੈਰਾਂ ਦੇ ਨਾਲ ਲੰਮੇ ਲੰਮੇ ਪੈਂਡੇ ਤੈਅ ਕਰਦਾ ਰਿਹਾ ਹੈ। ਕੋਈ ਜ਼ਰੂਰੀ ਨਹੀਂ ਹਰ ਬੰਦਾ ਚੱਲਣ ਵਾਲਾ, ਸਫ਼ਰ ਕਰਨ ਵਾਲਾ, ਉਹਦਾ ਸਫ਼ਰ ਆਪਣੀ ਮੰਜ਼ਿਲ ਦੇ ਵੱਲ ਹੋਵੇ। ਉਹਦਾ ਸਫ਼ਰ ਉਲਟ ਦਿਸ਼ਾ ਵਾਲੇ ਪਾਸੇ ਵੀ ਹੋ ਸਕਦਾ ਹੈ, ਮੰਜ਼ਿਲ ਤੋਂ ਦੂਰ ਚਲਿਆ ਜਾਂਦਾ ਹੈ। ਗੁਰੂ ਸਾਹਿਬ ਨੇ ਜਿਹੜਾ ਰਸਤਾ ਵਿਖਾਇਆ ਪ੍ਰੇਮਾ ਭਗਤੀ ਦਾ, ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਦੇ ਦੱਸੇ ਮਾਰਗ 'ਤੇ ਚੱਲਦੇ ਉਹਨਾਂ ਦੇ ਪੈਰ ਸਫਲੇ ਨੇ। ਅਤੇ ਐਸੇ ਗੁਰਸਿੱਖ ਜਿਹੜੇ ਗੁਰੂ ਸਾਹਿਬ ਦੀ ਸੰਗਤ ਵਿੱਚ ਆ ਕੇ ਜੁੜ ਬੈਠਦੇ ਹੈ। ਭਾਈ ਗੁਰਦਾਸ ਜੀ ਨੇ ਆਪਣੇ ਕਵਿਤਾ ਦੇ ਵਿੱਚ ਕਿਹਾ, ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਹਾਂ। ਨਖ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਨ ਕੈ ਚਰਨ ਪੈ ਵਾਰੀਐ। ਅਗਨ ਜਲਾਏ ਫੁਨ ਪੀਸਨ ਪਿਸਾਏ, ਤਾਹੀਂ ਲੈ ਉੱਡੇ ਪਵਨ ਹੋਏ ਅਨਕ ਪ੍ਰਕਾਰੀਐ। ਜਤ ਕਤ ਸਿੱਖ ਪਗ ਧਰੈ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਐ। ਤੇਹ ਪਦ ਪਾਦਕ ਚਰਨ ਲਿਵ ਲਾਗੀ ਰਹੈ, ਦੀਨ ਕੈ ਦਇਆਲ ਮੋਹਿ ਪਤਤ ਉਦਾਰੀਐ। ਭਾਈ ਸਾਹਿਬ ਜੀ ਕਹਿੰਦੇ ਹੈ, ਸਿਰ ਤੋਂ ਲੈ ਕੇ, ਸਿਰ ਦੀ ਚੋਟੀ ਤੋਂ ਲੈ ਕੇ ਪੈਰਾਂ ਦੇ ਨਹੁੰ ਤੱਕ ਸਾਰੇ ਸਰੀਰ ਦੇ ਟੁਕੜੇ ਟੁਕੜੇ ਕਰ ਦਿੱਤੇ ਜਾਣ, ਸਿੱਖਾਂ ਤੋਂ ਕੁਰਬਾਨ ਕਰ ਦਿੱਤਾ ਜਾਏ ਇਹ ਸਰੀਰ, ਅਤੇ ਫਿਰ ਅੱਗ ਦੇ ਵਿੱਚ ਸਾੜਿਆ ਜਾਵੇ, ਚੱਕੀ ਵਿੱਚ ਪੀਹ ਲਿਆ ਜਾਵੇ। ਉਹ ਬਣੀ ਹੋਈ ਸਵਾਹ ਉਹਨਾਂ ਰਾਹਾਂ 'ਤੇ ਵਿਛਾ ਦਿੱਤੀ ਜਾਵੇ। ਮੇਰੇ ਤਨ ਦੀ ਬਣੀ ਰਾਖ, ਜਿਨ੍ਹਾਂ ਰਾਹਾਂ ਦੇ ਰਾਹੀਂ ਚੱਲ ਕੇ ਗੁਰੂ ਕੇ ਸਿੱਖ ਸੰਗਤ ਦੇ ਵਿੱਚ ਆਉਂਦੇ ਹੈ, ਉਹਨਾਂ ਚਰਨਾਂ ਦੇ ਨਾਲ ਲੱਗ ਕੇ ਮੇਰੇ ਤਨ ਦੀ ਰਾਖ ਸਕਾਰਥੀ ਹੋ ਜਾਏ, ਮੈਂ ਸਫਲ ਹੋਇਆ ਆਪਣੇ ਆਪ ਨੂੰ ਸਮਝਾਂਗਾ। ਸੋ ਕਿੰਨੀ ਭਾਵਨਾ ਹੈ, ਸਤ ਸੰਗਤ ਦੇ ਵਿੱਚ ਜੁੜਨ ਵਾਲੇ ਗੁਰਸਿੱਖਾਂ ਨੂੰ ਕਿੰਨਾ ਮਹਾਨ ਦੱਸਦੇ ਹੈ। ਇਹ ਜਿਹੜੇ ਗੁਰਮੁਖ ਹਨ ਉਹਨਾਂ ਦੇ ਚਰਨ ਪਰਉਪਕਾਰ ਵਾਸਤੇ ਦੌੜਦੇ ਹੈ, ਗੁਰਸਿੱਖਾਂ ਨੂੰ ਖੋਜ ਕੇ ਲੱਭ ਲੈਂਦੇ ਹੈ। ਦੁਬਿਧਾ ਪੰਥ ਨ ਧਾਵਨੀ, ਮਾਇਆ ਵਿੱਚ ਉਦਾਸ ਰਹੰਦੇ। ਜਿਹੜਾ ਦੁਬਿਧਾ ਵਾਲਾ ਰਸਤਾ ਹੈ, ਜਿੱਥੇ ਦੁਚਿੱਤਾਪਨ ਹੈ, ਦੋ ਵਿਧੀਆਂ ਨੇ, ਉਸ ਰਸਤੇ ਦੇ ਉੱਤੇ ਗੁਰਮੁਖ ਜਿਹੜੇ ਹੈ ਉਹ ਨਹੀਂ ਜਾਂਦੇ, ਮਾਇਆ ਦੇ ਵਿੱਚ ਉਦਾਸ ਰਹਿੰਦੇ। ਜਿਹੜਾ ਗੁਰੂ ਸਾਹਿਬ ਨੇ ਰਸਤਾ ਦਰਸਾਇਆ ਉਸ ਰਸਤੇ 'ਤੇ ਚੱਲਦੇ, ਦੂਜੇ ਮਾਰਗ 'ਤੇ ਨਹੀਂ ਚੱਲਦੇ। ਤਾਂ ਹੀ ਤਾਂ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ, ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜ੍ਹੈ ਮਸਾਣ ਨਾ ਜਾਈ। ਪਾਤਸ਼ਾਹ ਜੀ ਕਹਿੰਦੇ ਐਵੇਂ ਦੁਬਿਧਾ ਵਿੱਚ ਨਾ ਪਵੋ,
ਪਰਮਾਤਮਾ ਤੋਂ ਬਿਨਾਂ ਕਿਸੇ ਦੀ ਪੂਜਾ ਨਾ ਕਰੋ। ਮੜ੍ਹੇ ਮਸਾਣ ਨਾ ਜਾਈ, ਮੜ੍ਹੀਆਂ ਮਸਾਣਾਂ ਦੀ ਪੂਜਾ ਕਰਨ ਵਾਸਤੇ ਨਾ ਜਾਓ। ਦੁਬਿਧਾ ਦਾ ਜਿਹੜਾ ਰਸਤਾ ਹੈ ਨਾ, ਉਹਦੇ 'ਤੇ ਗੁਰਮੁਖ ਨਹੀਂ ਚੱਲਦੇ। ਇੱਕੋ ਹੀ ਮਾਰਗ ਹੈ ਗੁਰੂ ਦਾ ਦਰਸਾਇਆ, ਗੁਰਮੁਖੀ ਮਾਰਗ ਉਹਨੂੰ ਅਪਣਾਉਂਦੇ ਹੈ। ਮਾਇਆ ਦੇ ਵਿੱਚ ਉਦਾਸ ਰਹਿੰਦੇ ਹੈ, ਮਾਇਆ ਦੇ ਨਾਲ ਉਹਨਾਂ ਦੀ ਪਕੜ ਨਹੀਂ ਹੈ, ਮਨ ਉਪਰਾਮ ਹੈ। ਬੰਦ ਖਲਾਸੀ ਬੰਦਗੀ, ਵਿਰਲੇ ਕੇਈ ਹੁਕਮੀ ਬੰਦੇ। ਗੁਰਮੁਖ ਬੰਦਗੀ ਕਰਨ ਵਾਲੇ ਹੈ, ਅਤੇ ਜਿਹੜੇ ਬੰਦਗੀ ਕਰਦੇ ਆ ਉਹਨਾਂ ਦੀ ਬੰਦ ਖਲਾਸੀ ਹੋ ਜਾਂਦੀ ਹੈ, ਬੰਧਨਾਂ ਤੋਂ ਉਹ ਮੁਕਤ ਹੋ ਜਾਂਦੇ ਹੈ। ਆਮ ਮਨੁੱਖੀ ਮਨ ਸੰਸਾਰ ਦੇ ਬੰਧਨਾਂ ਵਿੱਚ ਪਿਆ ਹੋਇਆ, ਬੱਝਿਆ ਹੈ, ਮੋਹ ਮਾਇਆ ਮਮਤਾ ਦੇ ਵਿੱਚ। ਪਰ ਗੁਰਮੁਖ ਬੰਦਗੀ ਸਿਮਰਨ ਦੀ ਬਦੌਲਤ ਬੰਦ ਖਲਾਸੀ ਕੱਟ ਲੈਂਦੇ ਹੈ, ਬੰਦ ਖਲਾਸੀ ਉਹਨਾਂ ਦੀ ਹੋ ਜਾਂਦੀ ਹੈ, ਬੰਧਨਾਂ ਤੋਂ ਖਲਾਸ ਮੁਕਤ ਹੋ ਜਾਂਦੇ ਹੈ। ਕਿਉਂ ਹੁੰਦੇ ਹੈ? ਬੰਦਗੀ ਕਰਨ ਕਰਕੇ। ਵਿਰਲੇ ਕੇਈ ਹੁਕਮੀ ਬੰਦੇ। ਭਾਈ ਗੁਰਦਾਸ ਜੀ ਕਹਿੰਦੇ ਪਰਮਾਤਮਾ ਦੇ ਹੁਕਮ ਦੇ ਵਿਰਲੇ ਹੀ ਦਾਸ ਨੇ ਸੰਸਾਰ ਵਿੱਚ। ਵਿਰਲੇ ਨੇ ਜਿਹੜੇ ਉਹਦੇ ਹੁਕਮ ਦੇ ਵਿੱਚ ਰਹਿਣ ਵਾਲੇ ਹੈ, ਉਹਦੇ ਹੁਕਮੀ ਬੰਦੇ ਬਣ ਕੇ ਰਹਿੰਦੇ ਹੈ। ਕੋਟ ਮੱਧੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਕਰੋੜਾਂ ਵਿੱਚੋਂ ਕੋਈ ਵਿਰਲਾ ਸੇਵਕ ਹੁੰਦਾ ਹੈ, ਬਾਕੀ ਤਾਂ ਸਾਰੇ ਵਪਾਰ ਕਰਨ ਵਾਲੇ ਹੈ, ਵਪਾਰੀ ਨੇ, ਨਫਾ ਨੁਕਸਾਨ ਵੇਖਦੇ ਹੈ, ਅਤੇ ਧਰਮ ਦੇ ਮਾਰਗ 'ਤੇ ਚੱਲਦਾ ਵੀ। ਜੇ ਕਿਸੇ ਨੇ ਗੁਰਸਿੱਖੀ ਮਾਰਗ ਧਾਰਿਆ ਹੈ, ਉਹ ਮਾਇਆ ਦਾ ਨਫਾ ਵੇਖਦਾ ਹੈ, ਇਹ ਨਹੀਂ ਵੇਖਦਾ ਵੀ ਮੇਰਾ ਜੀਵਨ ਸਵਾਰਿਆ ਜਾ ਰਿਹਾ ਹੈ, ਮੈਂ ਗੁਰੂ ਸਾਹਿਬ ਦੇ ਸ਼ਬਦ ਤੋਂ ਸਿੱਖਿਆ ਲੈ ਕੇ ਜੀਵਨ ਦੇ ਵਿੱਚ ਗੁਣ ਪੈਦਾ ਕਰ ਰਿਹਾ ਆਪਣੇ ਅੰਦਰ, ਗੁਣਾਂ ਦੇ ਨਾਲ ਮੈਂ ਸ਼ਿੰਗਾਰਿਆ ਜਾ ਰਿਹਾ। ਉਹਨਾਂ ਗੱਲਾਂ ਵੱਲ ਬਿਲਕੁਲ ਧਿਆਨ ਨਹੀਂ ਹੁੰਦਾ, ਸਿਰਫ ਬਾਹਰੀ ਮਾਇਆ ਦੇ ਵੱਲ ਉਹਦਾ ਧਿਆਨ ਹੁੰਦਾ ਹੈ। ਮਹਾਰਾਜ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ ਵਿਰਲੇ ਕਈ ਹੁਕਮੀ ਬੰਦੇ। ਉਹਦੇ ਹੁਕਮ ਦੇ ਵਿੱਚ ਰਹਿਣ ਵਾਲੇ ਵਿਰਲੇ ਹੀ ਬੰਦੇ ਨੇ ਜਿਹੜੇ ਬੰਦਗੀ ਕਰਦੇ ਹੈ। ਗੁਰ ਸਿੱਖਾਂ ਪਰ ਦੱਖਣਾ, ਪੈਰੀ ਪੈ ਰਹਿ ਰਾਸ ਕਰਨ ਦੇ। ਗੁਰਮੁਖ ਕੀ ਕਰਦੇ ਆ? ਗੁਰਸਿੱਖਾਂ ਦੀਆਂ ਪਰਿਕਰਮਾ ਕਰਕੇ ਅਤੇ ਪੈਰੀਂ ਪੈ ਕੇ ਇਹ ਰਹਿਰਾਸ ਰਹੁ ਰੀਤ ਕਰਦੇ ਹੈ, ਅਥਵਾ ਗੁਰਸਿੱਖਾਂ ਦੀਆਂ ਪਰਿਕਰਮਾ ਕਰਕੇ ਗੁਰੂ ਦੇ ਚਰਨੀ ਪੈ ਕੇ ਅਤੇ ਇਹ ਰਹੁ ਰੀਤ, ਇਹ ਪ੍ਰੀਤ ਧਾਰਨ ਕਰਦੇ ਹੈ, ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜਦੇ ਹੈ। ਗੁਰ ਚੇਲੇ ਪਰਚੈ ਪਰਚੰਦੇ। ਗੁਰੂ ਚੇਲੇ ਦਾ ਜਿਹੜਾ ਪ੍ਰੇਮ ਹੈ ਨਾ, ਉਹਦੇ ਵਿੱਚ ਪਰਚੇ ਰਹਿੰਦੇ ਹੈ। ਗੁਰੂ ਚੇਲੇ ਦਾ ਪ੍ਰੇਮ ਐਸਾ ਜਿਹੜਾ ਤੋੜ ਤੱਕ, ਅਖੀਰ ਤੱਕ ਨਾਲ ਨਿਭਦਾ ਹੈ। ਪੀਰ ਮੁਰੀਦਾਂ ਪਿਰਹੜੀ, ਉਹ ਨਿਭ ਹੈ ਨਾਲੇ। ਪੀਰ ਤੇ ਮੁਰੀਦ ਚੇਲੇ ਦਾ, ਗੁਰੂ ਤੇ ਸਿੱਖ ਦਾ ਪ੍ਰੇਮ ਅਖੀਰ ਤੱਕ ਨਾਲ ਨਿਭਦਾ ਹੈ, ਅਤੇ ਇਸ ਪ੍ਰੇਮ ਦੇ ਵਿੱਚ ਗੁਰਮੁਖ ਜਨ ਸਦਾ ਹੀ ਪਰਚੇ ਰਹਿੰਦੇ ਹੈ। ਸੋ ਭਾਈ ਗੁਰਦਾਸ ਜੀ ਇਸ ਪੌੜੀ ਵਿੱਚ ਸਾਨੂੰ ਦੱਸਿਆ ਹੈ ਕਿ ਗੁਰਮੁਖਾਂ ਦੇ ਪੈਰ ਸਫਲੇ ਹੈ, ਸਾਧ ਸੰਗਤ ਵਿੱਚ ਚੱਲ ਜਾਂਦੇ ਹੈ, ਔਰ ਪਰਉਪਕਾਰ ਵਾਸਤੇ ਦੌੜਦੇ ਹੈ, ਗੁਰਸਿੱਖਾਂ ਦੀਆਂ ਪਰਿਕਰਮਾ ਕਰਦੇ ਹੈ, ਦੁਬਿਧਾ ਦੇ ਮਾਰਗ 'ਤੇ ਨਹੀਂ ਦੌੜਦੇ, ਇਸ ਲਈ ਉਹ ਪੈਰ ਸਫਲੇ ਹੈ। ਅਗਲੀ 14ਵੀਂ ਪੌੜੀ ਵਿੱਚ ਗੁਰਮੁਖ ਪਰਉਪਕਾਰੀ ਨੇ, ਅਵਸਥਾ ਵਾਲੇ ਨੇ, ਉਹਦਾ ਜ਼ਿਕਰ ਕਰ ਰਹੇ ਹਨ। ਗੁਰਸਿੱਖ ਮਨ ਪਰਗਾਸ ਹੈ, ਪਿਰਮ ਪਿਆਲਾ ਅਜਰ ਜਰੰਦੇ। ਗੁਰਸਿੱਖਾਂ ਦੇ ਮਨ ਦੇ ਵਿੱਚ ਪ੍ਰਗਾਸ, ਪ੍ਰਕਾਸ਼ ਹੈ, ਚਾਨਣ ਹੈ। ਉਹ ਚਾਨਣ ਕਾਹਦਾ? ਗਿਆਨ ਦਾ। ਉਹਨਾਂ ਦੇ ਅੰਦਰ ਸੂਝ ਹੈ, ਸਮਝ ਹੈ, ਚੰਗੇ ਮਾੜੇ ਨੂੰ ਸਮਝਣ ਵਾਲੀ ਅਕਲ ਦੇ ਉਹ ਮਾਲਕ ਨੇ। ਮੇਰੇ ਵਾਸਤੇ ਕੀ ਚੰਗਾ ਹੈ, ਕੀ ਨਹੀਂ ਚੰਗਾ, ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹੈ। ਤਾਂ ਗੁਰਸਿੱਖਾਂ ਦੇ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੈ। ਪਿਰਮ ਪਿਆਲਾ ਅਜਰ ਜਰੰਦੇ।
ਤੇ ਇਹ ਜਿਹੜਾ ਗਿਆਨ ਦਾ ਪ੍ਰਕਾਸ਼ ਹੈ ਨਾ, ਗਿਆਨ ਦੇ ਪ੍ਰੇਮ ਦੇ ਪਿਆਲੇ ਨੂੰ, ਹੈ ਤਾਂ ਇਹ ਅਜਰ, ਹਰ ਬੰਦਾ ਇਸ ਨੂੰ ਜਰ ਨਹੀਂ ਸਕਦਾ, ਪਰ ਗੁਰਸਿੱਖ ਜਿਹੜੇ ਹੈ ਇਸ ਨੂੰ ਜਰ ਕੇ ਰੱਖਦੇ ਹੈ, ਪ੍ਰੇਮ ਪਿਆਲੇ ਨੂੰ ਜਰ ਲੈਂਦੇ ਹੈ, ਸਹਾਰ ਲੈਂਦੇ ਹੈ। ਕਿਉਂਕਿ ਕੁਝ ਪਦਾਰਥ ਇਹੋ ਜਿਹੇ ਹੁੰਦੇ ਆ, ਉਹਨਾਂ ਵਾਸਤੇ ਭਾਂਡੇ ਵੀ ਖਾਸ ਹੁੰਦੇ ਹੈ, ਜਿੱਥੇ ਉਹ ਵਸਤੂ ਟਿਕ ਸਕੇ। ਹਰੇਕ ਭਾਂਡੇ ਵਿੱਚ ਉਹ ਵਸਤੂ ਟਿਕ ਨਹੀਂ ਸਕਦੀ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਆ, ਜਿਹੜੇ ਗੁਰਸਿੱਖ ਨੇ ਉਹਨਾਂ ਦੇ ਮਨ ਵਿੱਚ ਗਿਆਨ ਹੈ, ਪ੍ਰਕਾਸ਼ ਹੈ, ਪ੍ਰੇਮ ਦਾ ਪਿਆਲਾ ਹੈ ਤਾਂ ਅਜਰ, ਪਰ ਉਹਨੂੰ ਜਰ ਲੈਂਦੇ ਹੈ। ਪਾਰ ਬ੍ਰਹਮ ਪੂਰਨ ਬ੍ਰਹਮ, ਬ੍ਰਹਮ ਵਿਵੇਕੀ ਧਿਆਨ ਤਰੰਦੇ। ਗੁਰਸਿੱਖ ਬ੍ਰਹਮ ਵਿਵੇਕੀ ਹਨ, ਬ੍ਰਹਮ ਦੇ ਨਾਲ ਮਿਲ ਕੇ ਇੱਕ ਮਿਕ ਹੋਏ ਨੇ। ਵਿਵੇਕੀ, ਬਿਬ ਏਕੀ, ਦੋਹਾਂ ਤੋਂ ਇੱਕ ਹੋ ਜਾਣ ਦੀ ਅਵਸਥਾ, ਜਿੱਥੇ ਪਰਮਾਤਮਾ ਦੇ ਨਾਲ ਅਭੇਦ ਹੋ ਜਾਣਾ ਹੈ। ਸੋ ਬ੍ਰਹਮ ਵਿਵੇਕੀ ਗੁਰਸਿੱਖ ਨੇ ਕੀ ਕਰਦੇ ਹੈ? ਪਾਰ ਬ੍ਰਹਮ ਜੋ ਸਾਰੀਆਂ ਥਾਵਾਂ 'ਤੇ ਪਰਿਪੂਰਨ ਹੈ, ਉਸ ਬ੍ਰਹਮ ਦਾ ਧਿਆਨ ਧਰਦੇ ਹੈ। ਸ਼ਬਦ ਸੁਰਤ ਲਿਵ ਲੀਨ ਹੋਏ, ਅਕਥ ਕਥਾ ਗੁਰ ਸ਼ਬਦ ਸੁਣੰਦੇ। ਸ਼ਬਦ ਦੀ ਸੁਰਤ ਗਿਆਤ ਦੇ ਵਿੱਚ ਮਸਤ ਹੋ ਜਾਂਦੇ ਹੈ ਗੁਰਸਿੱਖ, ਸ਼ਬਦ ਦੇ ਵਿੱਚ ਉਹ ਮਸਤ ਹੋ ਜਾਂਦੇ ਹੈ, ਸ਼ਬਦ ਦੇ ਵਿੱਚ ਉਹਨਾਂ ਦਾ ਧਿਆਨ ਹੁੰਦਾ ਹੈ, ਸ਼ਬਦ ਦੇ ਅਰਥਾਂ ਦੇ ਵਿੱਚ ਧਿਆਨ ਹੁੰਦਾ ਹੈ। ਅਕਥ ਕਥਾ ਗੁਰ ਸ਼ਬਦ ਸੁਣੰਦੇ। ਅਕਥ ਕੀ ਹੈ? ਪਰਮੇਸ਼ਰ ਜੋ ਕਥਨ ਨਾ ਕੀਤਾ ਜਾ ਸਕੇ। ਅਕਥ ਪ੍ਰਭੂ ਦੀ ਕਥਾ ਨੂੰ ਗੁਰੂ ਦੇ ਸ਼ਬਦ ਰਾਹੀਂ ਸੁਣਦੇ। ਜੋ ਪ੍ਰਭ ਕੋ ਮਿਲਿਓ ਚਹਿ ਖੋਜ ਸ਼ਬਦ ਮੈਂ ਲੇ। ਸੋ ਸ਼ਬਦ ਦੇ ਰਾਹੀਂ ਪਰਮੇਸ਼ਰ ਦੀ ਅਕਥ ਕਥਾ ਨੂੰ ਉਹ ਸੁਣਦੇ ਹੈ। ਭੂਤ ਭਵਿੱਖੋਂ ਵਰਤਮਾਨ, ਅਵਗਤ ਗਤ ਅਤ ਅਲਖ ਲਖੰਦੇ। ਉਹਨਾਂ ਨੂੰ ਫਲ ਕੀ ਮਿਲਦਾ ਹੈ? ਗੁਰਮੁਖਾਂ ਨੂੰ ਸ਼ਬਦ ਦੇ ਨਾਲ ਜਦ ਜੁੜਦੇ ਹੈ। ਭੂਤ, ਭੂਤ ਜਿਹੜਾ ਸਮਾਂ ਲੰਘ ਚੁੱਕਿਆ ਹੈ, ਭਵਿੱਖ ਜਿਹੜਾ ਆਉਣ ਵਾਲਾ ਸਮਾਂ ਹੈ, ਅਤੇ ਵਰਤਮਾਨ ਆ ਜਿਹੜਾ ਸਮਾਂ ਚੱਲ ਰਿਹਾ ਹੈ। ਸੋ ਇਹ ਜਿਹੜਾ ਸਮਾਂ ਹੈ, ਤਿੰਨ ਕਾਲ, ਇਹਨਾਂ ਤਿੰਨਾਂ ਕਾਲਾਂ ਦੇ ਵਿੱਚ ਉਹ ਅਵਸਥਾ ਜਿਹੜੀ ਇਹਨਾਂ ਤਿੰਨਾਂ ਸਮਿਆਂ ਵਿੱਚ ਜਿਹਦੀ ਹਾਲਤ ਨੂੰ ਨਹੀਂ ਜਾਣਿਆ ਜਾ ਸਕਦਾ, ਗੁਰਮੁਖ ਪਿਆਰੇ ਉਸ ਹਾਲਤ ਨੂੰ, ਉਸ ਅਵਸਥਾ ਨੂੰ ਜਾਣ ਲੈਂਦੇ ਹੈ। ਔਰ ਅਤ ਅਲਖ ਲਖੰਦੇ, ਅਲਖ ਪਰਮਾਤਮਾ ਨੂੰ ਲਖੰਦੇ ਜਾਣ ਲੈਂਦੇ ਹੈ। ਆਪ ਜਾਣਦੇ ਹੈ ਅਤੇ ਹੋਰਾਂ ਨੂੰ ਉਹਦੇ ਬਾਰੇ ਜਣਾਉਂਦੇ ਹੈ। ਗੁਰਮੁਖ ਸੁਖ ਫਲ ਅਛਲ ਛਲ, ਭਗਤ ਵਸ਼ਲ ਕਰ ਅਛਲ ਛਲੰਦੇ। ਭਾਈ ਗੁਰਦਾਸ ਜੀ ਅੱਗੇ ਫਰਮਾਉਂਦੇ ਹੈ, ਜਿਹੜੇ ਗੁਰਮੁਖ ਨੇ ਉਹਨਾਂ ਨੂੰ ਸੁਖ ਫਲ ਦੀ ਪ੍ਰਾਪਤੀ ਹੋਈ ਹੈ। ਆਤਮਿਕ ਸੁਖ, ਐਸਾ ਸੁਖ ਜਿਹੜਾ ਕਦੇ ਵੀ ਦੁੱਖਾਂ ਦੇ ਵਿੱਚ ਤਬਦੀਲ ਨਹੀਂ ਹੁੰਦਾ, ਜਿਹੜਾ ਆ ਕੇ ਫਿਰ ਦੁਬਾਰਾ ਕਦੀ ਜਾਂਦਾ ਹੀ ਨਹੀਂ ਹੈ, ਮਨ ਦਾ ਸਕੂਨ। ਸੋ ਗੁਰਮੁਖਾਂ ਨੂੰ ਆਤਮ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ। ਅਛਲ ਛਲ, ਆਪ ਛਲੇ ਜਾਣ ਤੋਂ ਅਛਲ ਰਹਿੰਦੇ ਹੈ, ਉਹਨਾਂ ਨੂੰ ਕੋਈ ਨਹੀਂ ਛਲ ਸਕਦਾ, ਕੋਈ ਧੋਖਾ ਨਹੀਂ ਕਰ ਸਕਦਾ ਉਹਨਾਂ ਦੇ ਨਾਲ। ਜਿਹੜੇ ਵਿਕਾਰ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਉਹਨਾਂ ਨੂੰ ਛਲ ਵੀ ਨਹੀਂ ਸਕਦੇ। ਉਹ ਪ੍ਰਤੱਖ ਵੀ ਛਲੇ ਜਾਣ ਤੋਂ ਅਛਲ ਹਨ। ਭਗਤ ਵਸ਼ਲ ਕਰ, ਭਗਤੀ ਨੂੰ ਪਿਆਰ ਕਰਨ ਵਾਲਾ ਜੋ ਪਰਮੇਸ਼ਰ ਹੈ ਨਾ, ਉਹਦੀ ਕਿਰਪਾ ਕਰਕੇ ਅਛਲ ਛਲੰਦੇ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਨਾ, ਅਛਲ ਹਨ, ਉਹਨਾਂ ਨੂੰ ਉਹ ਛਲ ਲੈਂਦੇ ਆ। ਮਤਲਬ ਇਹਨਾਂ ਵਿਕਾਰਾਂ ਨੂੰ ਗੁਰਮੁਖ ਵਸ ਵਿੱਚ ਕਰ ਲੈਂਦੇ ਆ। ਇਹ ਵਿਕਾਰ ਨਹੀਂ ਇਹਨਾਂ ਨੂੰ ਛਲ ਸਕਦੇ ਗੁਰਮੁਖਾਂ ਨੂੰ, ਪਰ ਵਿਕਾਰਾਂ ਨੂੰ ਉਹ ਛਲ ਲੈਂਦੇ, ਵਿਕਾਰਾਂ ਨੂੰ ਵਸ ਕਰ ਲੈਂਦੇ। ਜਿੱਥੇ ਦੁਨੀਆ ਇਹਨਾਂ ਵਿਕਾਰਾਂ ਦੇ ਅਧੀਨ ਹੋਈ ਫਿਰਦੀ ਹੈ,
ਜਿਵੇਂ ਨਚਾਉਂਦੇ ਹੈ ਤਿਵੇਂ ਲੋਕ ਨੱਚਦੇ ਹੈ, ਪਰ ਗੁਰਮੁਖ ਇਹਨਾਂ 'ਤੇ ਕਾਬੂ ਪਾ ਲੈਂਦੇ ਹੈ। ਐਸਾ ਜੀਵਨ, ਐਸੀ ਉੱਚੀ ਅਵਸਥਾ ਜਿਹੜੇ ਗੁਰਮੁਖ ਪਿਆਰੇ ਨੇ ਨਾ, ਉਹਨਾਂ ਦੀ ਹੁੰਦੀ ਹੈ। ਭਵਜਲ ਅੰਦਰ ਬੋਹਿਤ ਹੈ, ਇਕਸ ਪਿੱਛੇ ਲੱਖ ਤਰੰਦੇ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚ ਵੱਡਾ ਜਹਾਜ਼ ਹੁੰਦਾ ਹੈ, ਉਹ ਜਹਾਜ਼ ਦੇ ਉੱਤੇ ਅਨੇਕਾਂ ਹੀ ਲੋਕ ਸਵਾਰ ਹੋ ਕੇ ਸਮੁੰਦਰ ਤੋਂ ਪਾਰ ਹੋ ਜਾਂਦੇ ਹੈ। ਇਸੇ ਤਰ੍ਹਾਂ ਸੰਸਾਰ ਭੌਜਲ ਦੇ ਵਿੱਚ ਜਿਹੜੇ ਗੁਰਮੁਖ ਪਿਆਰੇ ਨੇ ਉਹ ਜਹਾਜ਼ ਦੀ ਨਿਆਈ ਹਨ। ਇਕਸ ਪਿੱਛੇ ਲੱਖ ਤਰੰਦੇ, ਇੱਕ ਗੁਰਮੁਖ ਦੇ ਪਿੱਛੇ ਲੱਗ ਕੇ ਲੱਖਾਂ ਹੀ ਲੋਕ ਸੰਸਾਰ ਤੋਂ ਤਰ ਜਾਂਦੇ ਹੈ। ਗੁਰਮੁਖ ਸੰਸਾਰ ਦੇ ਵਿੱਚ ਆਉਂਦੇ ਹੈ, ਪਰਉਪਕਾਰ ਕਰਨ ਲਈ ਆਉਂਦੇ ਹੈ। ਪਰਮਾਤਮਾ ਦੇ ਪਿਆਰੇ ਸੰਤ ਜਨ, ਸਾਧੂ ਜਨ, ਗੁਰਮੁਖ ਜਨ, ਉਹ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾ ਕਰਕੇ ਸੰਸਾਰ ਤੋਂ ਤਾਰਦੇ ਹੈ। ਹਰ ਇਕਸ ਹੱਥ ਆਇਆ, ਵਰਸਾਣੇ ਬਹੁ ਤੇਰੇ। ਹਰੀ ਇੱਕ ਦੇ ਹੱਥ ਆ ਜਾਂਦਾ ਨਾ ਕਿਸੇ ਸਾਧੂ ਗੁਰਮੁਖ ਦੇ, ਬਹੁਤੇ ਲੋਕ ਉਹਦੇ ਤੋਂ ਵਰੋਸਾਏ ਜਾਂਦੇ ਹੈ। ਸੋ ਇੱਕ ਜਹਾਜ਼ 'ਤੇ ਉੱਤੇ ਸਵਾਰ ਹੋ ਕੇ ਜਿਵੇਂ ਕਈ ਲੋਕ ਸਮੁੰਦਰ ਤੋਂ ਤਰ ਜਾਂਦੇ ਹੈ, ਇਸੇ ਤਰ੍ਹਾਂ ਗੁਰਮੁਖਾਂ ਦੀ ਸੰਗਤ ਕਰਕੇ, ਗੁਰਸਿੱਖ ਦੀ ਸੰਗਤ ਕਰਕੇ ਇੱਕ ਗੁਰਸਿੱਖ ਦੇ ਪਿੱਛੇ ਲੱਖਾਂ ਹੀ ਲੋਕ ਤਰ ਜਾਂਦੇ ਹੈ। ਪਰ ਉਪਕਾਰੀ ਮਿਲਨ ਹਸੰਦੇ, ਗੁਰਮੁਖ ਪਰਉਪਕਾਰੀ ਹਨ, ਸਦਾ ਖਿੜੇ ਮੱਥੇ ਮਿਲਦੇ ਆ, ਖੁਸ਼ ਹੋ ਕੇ ਮਿਲਦੇ ਆ। ਮਿਲਨ ਹਸੰਦੇ, ਹੱਸਦੇ ਹੋਏ ਮਿਲਦੇ ਆ। ਗੁਰਸਿੱਖ ਨੂੰ ਜਦੋਂ ਗੁਰੂ ਕਾ ਸਿੱਖ ਮਿਲਦਾ ਨਾ, ਉਹ ਖਿੜ ਜਾਂਦਾ ਹੈ, ਉਹਦੇ ਮਨ ਵਿੱਚ ਖੁਸ਼ੀ ਹੁੰਦੀ ਹੈ, ਮੈਨੂੰ ਗੁਰਸਿੱਖ ਮਿਲਿਆ ਹੈ। ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋੜ, ਗੁਰਸਿੱਖ ਸਿਉ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਐਸੀ ਉਹਨਾਂ ਦੀ ਮਨ ਦੇ ਵਿੱਚ ਭਾਵਨਾ ਹੁੰਦੀ ਹੈ, ਸੋ ਖਿੜੇ ਰਹਿੰਦੇ ਹੈ। ਭਾਈ ਵੀਰ ਸਿੰਘ ਨੇ ਵੀ ਆਪਣੀ ਰਚਨਾ ਦੇ ਵਿੱਚ ਜ਼ਿਕਰ ਕੀਤਾ ਹੈ, ਹਰਦਮ ਖਿੜੇ ਮਿਲੇ ਹੋ ਮਿੱਤਰੋ, ਤੁਸੀਂ ਮੱਥੇ ਵੱਟ ਨਾ ਪਾਏ, ਸੀਨੇ ਸਾਫ਼ ਕੀਨਿਓ ਤੁਹਾਡੇ, ਅਸੀਂ ਵੇਖ ਵੇਖ ਸੁਖ ਪਾਏ। ਗੁਰਮੁਖਾਂ ਦੀ ਗੱਲ ਕੀਤੀ, ਇਹ ਗੁਰਮੁਖੋ ਖੁਸ਼ ਹੋ ਕੇ ਤੁਸੀਂ ਸਦਾ ਮਿਲਦੇ ਹੋ, ਮੱਥੇ 'ਤੇ ਵੱਟ ਨਹੀਂ ਪਾਉਂਦੇ, ਤੁਹਾਡੇ ਹਿਰਦੇ ਬਿਲਕੁਲ ਨਿਰਮਲ ਨੇ, ਪਵਿੱਤਰ ਨੇ ਸ਼ੀਸ਼ੇ ਵਾਂਗ। ਅਸੀਂ ਤੁਹਾਡੇ ਦਰਸ਼ਨ ਕਰ ਕਰਕੇ ਸੁਖ ਪਾਉਂਦੇ ਹਾਂ। ਅਤੇ ਸਾਹਿਬ ਬਾਣੀ ਵਿੱਚ ਰਹਿਮਤ ਕਰਦੇ ਨੇ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ। ਜਿਨ੍ਹਾਂ ਦੇ ਦਰਸ਼ਨ ਕਰਕੇ ਖੋਟੀ ਮੱਤ ਦੂਰ ਹੋ ਜਾਵੇ, ਮਹਾਰਾਜ ਕਹਿੰਦੇ ਉਹ ਨੇ ਸਾਡੇ ਅਸਲੀ ਮਿੱਤਰ। ਹਉ ਟੂੰਡੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕਈ। ਸੰਸਾਰ ਵਿੱਚ ਉਹਨਾਂ ਨੂੰ ਲੱਭਦੇ ਹਾਂ, ਪਰ ਉਹ ਵਿਰਲੇ ਵਿਰਲੇ ਨੇ ਗੁਰਮੁਖ। ਸੋ ਬਹੁਤ ਖੁਸ਼ ਹੋ ਕੇ ਪਿਆਰ ਭਾਵਨਾ ਦੇ ਨਾਲ ਪਰਉਪਕਾਰੀ ਗੁਰਸਿੱਖ ਮਿਲਦੇ ਹੈ। ਅਗਲੀ 15ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਜਿਹੜੇ ਘਰਬਾਰੀ ਸਿੱਖ ਹੈ, ਗ੍ਰਸਤੀ ਸਿੱਖ ਹੈ ਨਾ, ਉਹ ਉਹਨਾਂ ਦੀ ਰਹਿਣੀ ਦਾ ਜ਼ਿਕਰ ਕਰਦੇ ਹੈ, ਕਿਵੇਂ ਉਹ ਆਪਣੇ ਜੀਵਨ ਨੂੰ ਸਫਲ ਕਰਦੇ ਹੈ। 52 ਚੰਦਨ ਆਖੀਐ, ਬਾਹਲੇ ਬਿਸੀਅਰ ਤਿਸ ਲਪਟਾਹੀ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ, ਜਿਹੜਾ 52 ਚੰਦਨ ਕਹੀਦਾ ਹੈ ਨਾ ਜਿਸ ਨੂੰ, ਉਹਦੇ ਨਾਲ ਬਹੁਤ ਸਾਰੇ ਜ਼ਹਿਰੀਲੇ ਸੱਪ ਚੰਬੜੇ ਰਹਿੰਦੇ ਹੈ, ਪਰ ਚੰਦਨ ਆਪਣਾ ਗੁਣ ਨਹੀਂ ਛੱਡਦਾ। ਸੱਪ ਉਹਦੇ ਨਾਲ ਬਹੁਤ ਸਾਰੇ ਚੰਬੜੇ ਰਹਿੰਦੇ ਹੈ, ਪਰ ਉਹ ਸੀਤਲਤਾ ਨਹੀਂ ਛੱਡਦਾ। ਸੱਪ ਦੇ ਵਿੱਚ ਜ਼ਹਿਰ ਹੈ, ਚੰਦਨ ਦੇ ਵਿੱਚ ਠੰਡਕ ਹੈ। ਚੰਦਨ ਗੁਣ ਨੂੰ ਨਹੀਂ ਛੱਡਦਾ। ਉਹ ਜਿਹੜਾ ਸੱਪ ਦਾ ਤਮੋ ਗੁਣ ਹੈ ਨਾ, ਉਸ ਨੂੰ ਗ੍ਰਹਿਣ ਨਹੀਂ ਕਰਦਾ। ਇਸੇ ਤਰ੍ਹਾਂ ਜਿਹੜੇ ਗ੍ਰਸਤੀ ਗੁਰਸਿੱਖ ਹਨ, ਭਾਵੇਂ ਉਹਨਾਂ ਦੇ ਕੋਲ ਮਨਮੁਖ ਵੀ ਰਹਿੰਦੇ ਹੋਣ, ਪਰ ਮਨਮੁਖਾਂ ਦੇ ਤਮੋ ਗੁਣ ਨੂੰ ਉਹ ਧਾਰਨ ਨਹੀਂ ਕਰਦੇ। ਉਹਨਾਂ ਦਾ ਹਿਰਦਾ ਸ਼ਾਂਤ ਹੈ, ਸੀਤਲ ਹੈ, ਠੰਡਾ ਹੈ, ਸਦਾ ਸ਼ਬਦ ਦੇ ਨਾਲ ਉਹ ਜੁੜੇ ਰਹਿੰਦੇ ਹੈ।
ਪਾਰਸ ਅੰਦਰ ਪੱਥਰਾਂ, ਪੱਥਰ ਪਾਰਸ ਹੋਏ ਨਾ ਜਾਹੀ। ਫਿਰ ਜਿਹੜਾ ਪਾਰਸ ਹੈ ਉਹ ਪੱਥਰਾਂ ਦੇ ਵਿੱਚ ਹੁੰਦਾ ਹੈ। ਪਹਾੜਾਂ ਦੇ ਵਿੱਚੋਂ ਹੀ ਪਾਰਸ ਦੀ ਵੱਟੀ ਮਿਲਦੀ ਹੈ। ਭਾਈ ਸਾਹਿਬ ਜੀ ਕਹਿੰਦੇ ਪਾਰਸ ਪੱਥਰਾਂ ਦੇ ਵਿੱਚ ਹੁੰਦਾ ਹੈ। ਪੱਥਰ ਪਾਰਸ ਹੋਏ ਨਾ ਜਾਹੀ, ਪਰ ਉਹ ਜਿਹੜਾ ਪਾਰਸ ਹੈ ਉਹ ਪੱਥਰ ਨਹੀਂ ਹੋ ਜਾਂਦਾ। ਉਹ ਪੱਥਰ ਦੇ ਗੁਣ ਨੂੰ ਧਾਰਨ ਨਹੀਂ ਕਰਦਾ। ਉਹਦੇ ਵਿੱਚ ਆਪਣਾ ਗੁਣ ਹੈ। ਉਹ ਕਈ ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ ਪਾਰਸ। ਅਤੇ ਜਿਹੜੇ ਗੁਰਮੁਖ ਗੁਰਸਿੱਖ ਗ੍ਰਸਤੀ ਸਿੱਖ ਹੁੰਦੇ ਹੈ ਨਾ, ਉਹ ਪਾਰਸ ਵਰਗੇ ਹੁੰਦੇ ਹੈ। ਉਹ ਕਈ ਹੋਰਾਂ ਨੂੰ ਕੰਚਨ ਵਾਂਗ ਸੋਨੇ ਵਾਂਗ ਸ਼ੁੱਧ ਮਨ ਵਾਲਾ ਕਰ ਦਿੰਦੇ ਹੈ। ਉਹਨਾਂ ਦੇ ਵਿਚਾਰ ਸ਼ੁੱਧ ਕਰ ਦਿੰਦੇ ਹੈ। ਉਹਨਾਂ ਦਾ ਕਾਰ ਵਿਹਾਰ ਸ਼ੁੱਧ ਕਰ ਦਿੰਦੇ ਹੈ। ਇਹਨਾਂ ਅਸਰ ਹੁੰਦਾ ਸੰਗਤ ਦਾ। ਗ੍ਰਸਤੀ ਸਿੱਖ ਉਹਦੀ ਸੰਗਤ ਜੀਵਨ ਨੂੰ ਸਫਲਾ ਬਣਾ ਦਿੰਦੀ ਹੈ। ਪਾਰਸ ਵਰਗਾ ਗੁਣ ਹੋਰਾਂ ਦੇ ਵਿੱਚ ਆ ਜਾਂਦਾ ਹੈ। ਮਣੀ ਜਿਨ੍ਹਾਂ ਸੱਪਾਂ ਸਿਰੀ, ਹੋਏ ਭੇ ਸੱਪਾਂ ਵਿੱਚ ਫਿਰਾਹੀ। ਤੀਜੀ ਉਦਾਹਰਣ ਭਾਈ ਗੁਰਦਾਸ ਜੀ ਦਿੰਦੇ ਹੈ ਕਿ ਜਿਨ੍ਹਾਂ ਸੱਪਾਂ ਦੇ ਸਿਰਾਂ ਵਿੱਚ ਮਣੀਆਂ ਹੁੰਦੀਆਂ ਹਨ, ਉਹ ਸੱਪ ਹੋਰ ਦੂਜੇ ਸੱਪਾਂ ਦੇ ਵਿੱਚ ਫਿਰਦੇ ਹੈ, ਪਰ ਉਹ ਆਪਣਾ ਗੁਣ ਆਪਣੇ ਕੋਲ ਰੱਖਦੇ ਹੈ। ਇਸੇ ਤਰ੍ਹਾਂ ਸਤਸੰਗੀ ਲੋਕ ਜਿਹੜੇ ਨੇ ਨਾ, ਗ੍ਰਸਤੀ ਗੁਰਸਿੱਖ, ਉਹ ਆਪਣਾ ਗੁਣ ਨਹੀਂ ਕਦੇ ਛੱਡਦੇ। ਉਹ ਕਿਸੇ ਜੇ ਦੂਜੇ ਵਿੱਚ ਰਹਿੰਦੇ ਵੀ ਹੈ ਤਾਂ ਉਹਦੇ ਔਗਣ ਨੂੰ ਨਹੀਂ ਧਾਰਨ ਕਰਦੇ। ਆਪਣਾ ਗੁਣ ਜੋ ਉਹਨਾਂ ਦੇ ਕੋਲ ਹੈ ਨਾ, ਪਰਉਪਕਾਰ ਨੇਕੀ, ਇਹਨੂੰ ਸਦਾ ਹੀ ਧਾਰਨ ਕਰਦੇ ਹੈ। ਜਿਵੇਂ ਮਣੀ ਵਾਲਾ ਸੱਪ, ਮਣੀ ਦਾ ਪ੍ਰਕਾਸ਼ ਹੁੰਦਾ ਹੈ, ਅਤੇ ਉਹ ਗੁਰਮੁਖ ਗੁਰਸਿੱਖ ਨੇ ਉਹ ਹੋਰਾਂ ਨੂੰ ਪ੍ਰਕਾਸ਼ ਵੰਡਦੇ ਹੈ, ਚਾਨਣ ਦਿੰਦੇ ਹੈ। ਸੋ ਭਾਈ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਆਪਣੇ ਗੁਣ ਨੂੰ ਸਦਾ ਹੀ ਧਾਰਨ ਕਰਕੇ ਰੱਖਦੇ ਹੈ। ਕੁਸੰਗੀਆਂ ਦਾ ਜਿਹੜਾ ਔਗਣ ਹੈ ਉਹਨੂੰ ਨਹੀਂ ਧਾਰਦੇ। ਲਹਿਰੀ ਅੰਦਰ ਹੰਸੁਲੇ, ਮਾਣਕ ਮੋਤੀ ਚੁਗ ਚੁਗ ਖਾਹੀ। ਫਿਰ ਜਿਹੜਾ ਹੰਸ ਹੈ ਉਹ ਮਾਨ ਸਰੋਵਰ 'ਤੇ ਜਾਂਦਾ ਹੈ, ਅਤੇ ਮਾਨ ਸਰੋਵਰ ਦੀਆਂ ਜਿਹੜੀਆਂ ਲਹਿਰਾਂ ਨੇ, ਉਹਨਾਂ ਲਹਿਰਾਂ ਦੇ ਅੰਦਰੋਂ ਮਾਣਕ ਮੋਤੀ ਚੁਗ ਚੁਗ ਕੇ ਖਾਂਦਾ ਹੈ। ਆਪਣਾ ਗੁਣ ਕਦੇ ਨਹੀਂ ਛੱਡਦਾ। ਉਹ ਕਦੇ ਛੱਪੜਾਂ 'ਤੇ ਜਾ ਕੇ ਡੱਡੀਆਂ ਮੱਛੀਆਂ ਨੂੰ ਤਾਰ ਨਹੀਂ ਲਾਉਂਦਾ। ਹੰਸ ਮਾਨ ਸਰੋਵਰ 'ਤੇ ਜਾਂਦਾ, ਉਹਦੀਆਂ ਲਹਿਰਾਂ ਦੇ ਵਿੱਚੋਂ ਮਾਣਕ ਮੋਤੀ ਚੁੱਕ ਕੇ ਖਾਂਦਾ ਹੈ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਹੈ ਨਾ, ਗ੍ਰਸਤੀ, ਉਹ ਸਤ ਸੰਗਤ ਰੂਪੀ ਮਾਨ ਸਰੋਵਰ 'ਤੇ ਜਾਂਦਾ ਹੈ। ਇੱਥੇ ਕਥਾ ਕੀਰਤਨ ਦੀਆਂ ਲਹਿਰਾਂ ਉੱਠਦੀਆਂ ਨੇ। ਇਹਨਾਂ ਲਹਿਰਾਂ ਦੇ ਵਿੱਚੋਂ ਗੁਰਸ਼ਬਦ ਦੇ ਮੋਤੀ ਆਪਣੀ ਸੁਰਤ ਦੀ ਜ਼ੁਬਾਨ ਦੇ ਨਾਲ ਚੁਗ ਚੁਗ ਕੇ ਖਾਂਦਾ ਹੈ। ਇਹ ਗ੍ਰਸਤੀ ਗੁਰਸਿੱਖ ਜਿਹੜਾ ਹੈ, ਇਹ ਉਹਦਾ ਗੁਣ ਹੁੰਦਾ ਹੈ। ਜਿਉਂ ਜਲ ਕਵਲ ਅਲਿਪਤ ਹੈ, ਘਰ ਬਾਰੀ ਗੁਰਸਿੱਖ ਤਿਵਾਹੀ। ਜਿਵੇਂ ਪਾਣੀ ਦੇ ਵਿੱਚ ਰਹਿੰਦਾ ਹੋਇਆ ਕਮਲ ਫੁੱਲ ਪਾਣੀ ਤੋਂ ਅਲੇਪ ਰਹਿੰਦਾ ਹੈ, ਇਸੇ ਤਰ੍ਹਾਂ ਜਿਹੜਾ ਘਰ ਬਾਰੀ ਗ੍ਰਸਤੀ ਸਿੱਖ ਹੈ ਨਾ, ਉਹ ਸੰਸਾਰ ਵਿੱਚ ਰਹਿੰਦਾ ਸੰਸਾਰ ਤੋਂ ਨਿਰਲੇਪ ਹੁੰਦਾ ਹੈ। ਸੰਸਾਰ ਦੇ ਪਦਾਰਥਾਂ ਨਾਲ, ਸੰਸਾਰ ਦੀਆਂ ਪਦਵੀਆਂ ਦੇ ਨਾਲ ਉਹਦੀ ਕੋਈ ਪਕੜ ਨਹੀਂ ਹੁੰਦੀ। ਮਨ ਬਿਲਕੁਲ ਉਪਰਾਮ ਹੁੰਦਾ ਹੈ। ਐਸਾ ਜੀਵਨ ਗ੍ਰਸਤੀ ਸਿੱਖ ਦਾ ਹੁੰਦਾ ਹੈ। ਆਸਾ ਵਿੱਚ ਨਿਰਾਸ ਹੋਏ, ਜੀਵਨ ਮੁਕਤ ਜੁਗਤ ਜੀਵਾਹੀ। ਆਸਾ ਰੂਪ ਸੰਸਾਰ ਦੇ ਵਿੱਚ ਉਹ ਨਿਰਾਸ, ਆਸ ਤੋਂ ਬਿਨਾਂ ਹੁੰਦਾ ਹੈ। ਸੰਸਾਰ ਦੀ ਆਸ ਨਹੀਂ ਉਹ ਰੱਖਦਾ। ਜੀਵਨ ਮੁਕਤ ਜੁਗਤ ਜੀਵਾਹੀ। ਜੀਵਨ ਮੁਕਤੀ ਦੀ ਜੁਗਤੀ ਜੋ ਗੁਰੂ ਨੇ ਦੱਸੀ ਹੈ, ਉਹ ਉਹਦੇ ਅਨੁਸਾਰ ਜੀਵਨ ਜਿਉਂਦਾ ਹੈ। ਸਾਧ ਸੰਗਤ ਕਿਤ ਮੁਖ ਸਾਲਾਹੀ। ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਦੀ ਸਿਫਤ ਮੈਂ ਕਿਹੜੇ ਮੁਖ ਦੇ ਨਾਲ ਕਰਾਂ। ਸਾਧ ਸੰਗਤ ਦੀ ਤਾਂ ਸਿਫਤ ਕੀਤੀ ਹੀ ਨਹੀਂ ਜਾ ਸਕਦੀ। ਸਾਧ ਸੰਗਤ ਮਨੁੱਖ ਦੇ ਜੀਵਨ ਨੂੰ ਤਬਦੀਲ ਕਰ ਦਿੰਦੀ ਹੈ। ਔਗਣਾਂ ਵਾਲੇ ਲੋਕ ਔਗਣਾਂ ਨੂੰ ਛੱਡ ਕੇ ਗੁਣਾਂ ਦੇ ਧਾਰਨੀ ਬਣ ਜਾਂਦੇ ਹੈ।
ਸੋ ਇੱਥੇ ਮੋਹੇ ਪਾਠ ਵੀ ਹੈ, ਸਾਧ ਸੰਗਤ ਕਿਤ ਮੋਹੇ ਸਾਲਾਹੀ, ਇਹ ਦੋਵੇਂ ਹੀ ਆਉਂਦੇ ਹੈ, ਮੁਖ ਸਾਲਾਹੀ ਜਾਂ ਮੋਹੇ ਸਾਲਾਹੀ, ਅਰਥ ਭਾਵ ਇੱਕੋ ਹੀ ਹੈ। ਕਿਹੜੇ ਮੂੰਹ ਦੇ ਨਾਲ ਸਾਧ ਸੰਗਤ ਦੀਆਂ ਸਿਫਤਾਂ ਕਰੀਏ। 16ਵੀਂ ਪੌੜੀ ਵਿੱਚ ਸਤਿਗੁਰੂ ਨੂੰ ਅਤੇ ਗੁਰੂ ਦੇ ਸਿੱਖ ਨੂੰ ਭਾਈ ਗੁਰਦਾਸ ਜੀ ਨੇ ਧੰਨ ਕਿਹਾ ਹੈ। ਧੰਨ ਧੰਨ ਸਤਿਗੁਰ ਪੁਰਖ ਨਿਰੰਕਾਰ ਆਕਾਰ ਬਣਾਇਆ। ਸਤਿਗੁਰੂ ਪੁਰਖ ਜੀ ਧੰਨ ਹਨ, ਧੰਨ ਹਨ। ਨਿਰੰਕਾਰ ਆਕਾਰ ਬਣਾਇਆ, ਜਿਨ੍ਹਾਂ ਦੇ ਆਕਾਰ ਨੂੰ, ਸਵਰੂਪ ਨੂੰ ਨਿਰੰਕਾਰ ਪਰਮਾਤਮਾ ਨੇ ਆਪ ਬਣਾਇਆ ਹੈ। ਗੁਰੂ ਧੰਨ ਹੈ, ਗੁਰੂ ਪਰਮੇਸ਼ਰ ਦਾ ਸਵਰੂਪ ਹੈ। ਨਿਰੰਕਾਰ ਨੇ ਆਪਣਾ ਆਪ ਸਰੂਪ ਹੀ ਗੁਰੂ ਦਾ ਬਣਾਇਆ ਹੋਇਆ ਹੈ। ਨਿਰੰਕਾਰ ਨੇ ਆਪ ਹੀ ਗੁਰੂ ਦਾ ਆਕਾਰ ਜਿਹੜਾ ਨਾ ਸਰੂਪ ਉਹ ਬਣਾਇਆ ਹੈ। ਧੰਨ ਧੰਨ ਸਤਿਗੁਰ ਸਿੱਖ ਸੁਣ ਚਰਨ ਸਰਣ ਗੁਰ ਸਿੱਖ ਜੋ ਆਇਆ। ਸਤਿਗੁਰੂ ਦੀ ਸਿੱਖਿਆ ਧੰਨ ਹੈ, ਧੰਨ ਹੈ। ਜਿਸ ਸਿੱਖਿਆ ਨੂੰ, ਉਪਦੇਸ਼ ਨੂੰ ਸੁਣ ਕੇ ਜੋ ਗੁਰੂ ਕਾ ਸਿੱਖ ਹੈ ਉਹ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਆਇਆ ਹੈ। ਗੁਰੂ ਦੀ ਸਿੱਖਿਆ ਨੂੰ, ਗੁਰੂ ਦੇ ਸਿਧਾਂਤ ਨੂੰ ਸੁਣ ਕੇ ਗੁਰੂ ਦੀ ਚਰਨ ਸ਼ਰਨ ਵਿੱਚ ਆਇਆ। ਅਨੇਕਾਂ ਸਿੱਖ ਐਸੇ ਨੇ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ ਕਿਸੇ ਦੂਜੇ ਸਿੱਖ ਪਾਸੋਂ ਸ਼ਬਦ ਸੁਣਿਆ ਅਤੇ ਗੁਰੂ ਦੀ ਸ਼ਰਨ ਵਿੱਚ ਆ ਗਏ। ਬਾਬਾ ਅਮਰਦਾਸ ਜੀ ਨੇ ਆਪਣੀ ਭਤੀਜ ਨੂੰਹ ਦੇ ਪਾਸੋਂ ਇਹ ਸ਼ਬਦ ਹੀ ਸੁਣਿਆ ਸੀ ਨਾ, ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ। ਸ਼ਬਦ ਸੁਣਿਆ, ਸ਼ਬਦ ਦੀ ਸ਼ੁਰੂਆਤ ਹੁੰਦੀ ਹੈ, ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਈਐ ਤਿਉਂ ਚਲੀਐ, ਤਉ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰ ਤੇਰੇ ਗੁਣ ਗਲਿਆ ਰਹਾਓ। ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗਹਿ ਨਿਤ ਫਾਸੈ, ਛੂਟਸ ਮੂੜੇ ਕਵਨ ਗੁਣੀ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸੀ ਉਪਰ, ਮਨ ਜਲਿਆ ਸੰਨੀ ਚਿੰਤ ਪਈ। ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਿਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟਸ ਦੇਹਾ। ਸ਼ਬਦ ਸੁਣਿਆ, ਸ਼ਬਦ ਸੁਣ ਕੇ ਸਮਰੱਥ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ, ਗੁਰੂ ਧਾਰ ਲਿਆ, ਸੇਵਾ ਕੀਤੀ, ਹੁਕਮ ਮੰਨਿਆ, ਸ਼ਬਦ ਦੀ ਕਮਾਈ ਕੀਤੀ। ਬਾਬਾ ਅਮਰਦਾਸ ਜੀ ਗੁਰੂ ਅਮਰਦਾਸ ਬਣ ਗਏ। ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼, ਭਾਈ ਗੁਰਦਾਸ ਜੀ ਕਹਿੰਦੇ ਧੰਨ ਹੈ, ਧੰਨ ਹੈ। ਜਿਸ ਸਿੱਖਿਆ ਨੂੰ ਸੁਣ ਕੇ ਗੁਰੂ ਦਾ ਸਿੱਖ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਆਇਆ ਹੈ। ਗੁਰਮੁਖ ਮਾਰਗ ਧੰਨ ਹੈ, ਸਾਧ ਸੰਗਤ ਮਿਲ ਸੰਗ ਚਲਾਇਆ। ਗੁਰਮੁਖ ਮਾਰਗ, ਸਤਿਗੁਰੂ ਦਾ ਚਲਾਇਆ ਹੋਇਆ ਗੁਰਮੁਖੀ ਰਸਤਾ, ਇਹ ਧੰਨ ਹੈ। ਸਾਧ ਸੰਗਤ ਮਿਲ ਸੰਗ ਚਲਾਇਆ, ਅਤੇ ਸਾਧ ਸੰਗਤ ਦੇ ਨਾਲ ਮਿਲ ਕੇ ਇਹ ਜਿਹੜਾ ਸੰਗ ਹੈ ਨਾ, ਇਹ ਤੋਰਿਆ ਹੈ। ਸਾਧ ਸੰਗਤ ਇਸੇ ਤਰ੍ਹਾਂ ਲਗਾਤਾਰ ਚੱਲਦੀ ਰਹਿੰਦੀ ਹੈ। ਮਹਾਰਾਜ ਨੇ ਸਾਧ ਸੰਗਤ ਕਾਇਮ ਕੀਤੀ ਹੈ। ਗੁਰਸਿੱਖ ਸਾਧ ਸੰਗਤ ਦੇ ਨਾਲ ਮਿਲ ਕੇ ਇਸ ਸੰਗ ਨੂੰ ਤੋਰਦੇ ਰਹਿੰਦੇ ਹੈ। ਸੋ ਸਦਾ ਹੀ ਸਤ ਸੰਗਤ ਹੁੰਦੀ ਰਹਿੰਦੀ ਹੈ। ਧੰਨ ਧੰਨ ਸਤਿਗੁਰ ਚਰਨ, ਧੰਨ ਮਸਤਕ ਗੁਰ ਚਰਣੀ ਲਾਇਆ। ਗੁਰੂ ਸਾਹਿਬ ਦੇ ਚਰਨ ਧੰਨ ਹਨ, ਧੰਨ ਹਨ। ਅਤੇ ਉਹ ਮੱਥਾ ਵੀ ਗੁਰੂ ਦੇ ਸਿੱਖ ਦਾ ਧੰਨ ਹੈ, ਜਿਹਨੇ ਆਪਣਾ ਮੱਥਾ ਗੁਰੂ ਜੀ ਦੇ ਚਰਨਾਂ ਨੂੰ ਛੁਹਾਇਆ ਹੈ। ਪ੍ਰਤੱਖ ਵੀ ਜਦੋਂ ਗੁਰੂ ਸਾਹਿਬ ਸਰੀਰ ਰੂਪ ਦੇ ਵਿੱਚ ਵਿਚਰਦੇ ਸਨ, ਗੁਰੂ ਕੇ ਸਿੱਖ ਬੜੇ ਪਿਆਰ ਅਤੇ ਭਾਵਨਾ ਦੇ ਨਾਲ ਮਹਾਰਾਜ ਦੇ ਚਰਨਾਂ ਦੇ ਉੱਤੇ ਆਪਣਾ ਸੀਸ ਲਾਉਂਦੇ ਸੀ, ਮੱਥਾ ਲਾਉਂਦੇ ਸੀ, ਨਮਸਕਾਰ ਕਰਦੇ ਸੀ। ਅੱਜ ਵੀ ਗੁਰੂ ਕੇ ਸਿੱਖ ਭਾਵਨਾ ਦੇ ਨਾਲ ਸ਼ਬਦ ਗੁਰੂ ਨੂੰ ਨਮਸਕਾਰ ਕਰਦੇ ਹੈ। ਉਹ ਮੱਥਾ ਧੰਨ ਹੈ ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਲਾਇਆ ਗਿਆ, ਛੁਹਾਇਆ ਗਿਆ ਹੈ। ਸਤਿਗੁਰ ਦਰਸ਼ਨ ਧੰਨ ਹੈ, ਧੰਨ ਧੰਨ ਗੁਰ ਸਿੱਖ ਪਰਸਣ ਆਇਆ। ਸਤਿਗੁਰੂ ਜੀ ਦਾ ਦਰਸ਼ਨ ਧੰਨ ਹੈ, ਅਤੇ ਗੁਰੂ ਦਾ ਸਿੱਖ ਵੀ ਧੰਨ ਹੈ, ਧੰਨ ਹੈ। ਕਿਉਂ? ਕਿਉਂਕਿ ਗੁਰੂ ਸਾਹਿਬ ਦਾ ਦਰਸ਼ਨ ਵੇਖਣ ਵਾਸਤੇ ਆਇਆ ਹੈ।
ਗੁਰੂ ਨੂੰ ਪਰਸਣ ਵਾਸਤੇ ਆਇਆ ਹੈ, ਗੁਰੂ ਦੀ ਛੋਹ ਪ੍ਰਾਪਤ ਕਰਨ ਲਈ ਆਇਆ ਹੈ। ਸ਼ਬਦ ਹਿਰਦੇ ਵਿੱਚ ਵਸਦਾ ਹੈ। ਮਨੁੱਖੀ ਮਨ ਨੂੰ ਸ਼ਬਦ ਦੀ ਛੋਹ ਪ੍ਰਾਪਤ ਹੁੰਦੀ ਹੈ, ਫਿਰ ਉਹ ਮਨ ਤਬਦੀਲ ਹੋ ਜਾਂਦਾ ਹੈ। ਭਾਉ ਭਗਤ ਗੁਰ ਸਿੱਖ ਵਿੱਚ ਹੋਏ ਦਇਆਲ, ਗੁਰ ਮੋਹਿ ਲਾਇਆ। ਗੁਰੂ ਦੇ ਸਿੱਖ ਦੇ ਵਿੱਚ ਪ੍ਰੇਮਾ ਭਗਤੀ ਹੈ। ਸਿੱਖ ਦੇ ਅੰਦਰ ਪਰਮਾਤਮਾ ਦੀ ਭਗਤੀ ਟਿਕੀ ਹੈ, ਪ੍ਰੇਮ ਦੇ ਨਾਲ ਉਹ ਨਾਮ ਜਪਦਾ ਹੈ। ਹੋਏ ਦਇਆਲ ਗੁਰ ਮੋਹਿ ਲਾਇਆ, ਅਤੇ ਗੁਰੂ ਸਾਹਿਬ ਜੀ ਦਿਆਲੂ ਹੋ ਕੇ ਉਸ ਸਿੱਖ ਨੂੰ ਮੂੰਹ ਲਾਉਂਦੇ ਹੈ। ਭਾਵ ਉਹ ਸਿੱਖ ਜਿਹੜਾ ਨਾ ਗੁਰੂ ਸਾਹਿਬ ਦੇ ਸਨਮੁਖ ਆ ਕੇ ਬੈਠਦਾ ਹੈ, ਅਤੇ ਗੁਰੂ ਸਾਹਿਬ ਜੀ ਫਿਰ ਉਸ ਨੂੰ ਅੰਮ੍ਰਿਤ ਬਚਨ ਸੁਣਾਉਂਦੇ ਹੈ। ਇਸ ਤਰ੍ਹਾਂ ਗੁਰਸਿੱਖ ਨੂੰ ਮਹਾਰਾਜ ਜੀ ਮੁਖ ਲਾਉਂਦੇ ਹੈ। ਸੋ ਇੱਥੇ ਗੁਰੂ ਪਾਠ ਵੀ ਪੁਰਾਤਨ ਲਿਖਤਾਂ ਦੇ ਵਿੱਚ ਆਉਂਦਾ ਹੈ, ਹੋਏ ਦਇਆਲ ਗੁਰੂ ਮੋਹਿ ਲਾਇਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਗੁਰਦਾਸ ਦੀਆਂ ਵਾਰਾਂ ਜਿਹੜੀਆਂ ਪ੍ਰਕਾਸ਼ਿਤ ਨੇ, ਉਹਨਾਂ ਦੇ ਵਿੱਚ ਗੁਰ ਪਾਠ ਹੈ, ਹੋਏ ਦਇਆਲ ਗੁਰ ਮੋਹਿ ਲਾਇਆ। ਗੁਰੂ ਦਿਆਲੂ ਹੋ ਕੇ ਉਹਨਾਂ ਨੂੰ ਮੂੰਹ ਲਾ ਦਿੰਦਾ ਹੈ, ਆਪਣੇ ਨਾਲ ਮੇਲਦੇ ਹੈ, ਸ਼ਬਦ ਸੁਣਾਉਂਦੇ ਗੁਰੂ ਸਾਹਿਬ। ਦੁਰਮਤ ਦੂਜਾ ਭਾਉ ਮਿਟਾਇਆ, ਅਤੇ ਉਸ ਦੇ ਅੰਦਰੋਂ ਦਵੈਤ ਭਾਵ ਅਤੇ ਦੁਰਮਤ ਜਿਹੜੀ ਖੋਟੀ ਮਤ ਹੈ, ਗੁਰੂ ਸਾਹਿਬ ਨੇ ਉਹਨੂੰ ਮਿਟਾ ਦਿੱਤਾ ਹੈ। ਦੁਰਮਤ ਦੂਜਾ ਭਾਉ ਮਿਟਾਇਆ, ਭੈੜੀ ਮਤ ਅਤੇ ਦਵੈਤ ਭਾਵ ਉਹਦੇ ਅੰਦਰੋਂ ਗੁਰੂ ਨੇ ਮੇਟ ਦਿੱਤਾ ਹੈ। ਜਦੋਂ ਸਿੱਖ ਗੁਰੂ ਦੇ ਸਨਮੁਖ ਬੈਠਦਾ ਹੈ, ਅੰਮ੍ਰਿਤ ਬਚਨ ਸੁਣਾ ਕੇ ਮਹਾਰਾਜ ਉਹਨੂੰ ਨਿਹਾਲ ਕਰ ਦਿੰਦੇ ਹੈ। ਸਤਿਗੁਰੂ ਕਿਰਪਾ ਕਰਨ। ਗੁਰੂ ਵੀ ਧੰਨ ਅਤੇ ਸਿੱਖ ਵੀ ਧੰਨ ਹੈ। ਵਿਚਾਰਾਂ ਕਰਦੇ ਹਾਂ, ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਭਾਉ ਭਗਤ ਗੁਰ ਸਿੱਖ ਵਿੱਚ ਹੋਏ ਦਇਆਲ, ਗੁਰ ਮੋਹਿ ਲਾਇਆ। ਦੁਰਮਤ ਦੂਜਾ ਭਾਉ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।